हाँ जी दोस्तों, आस करते हैं तुसीं ठीक ठाक होवोगे, चढ़दी कला दे विच होवोगे। दोस्तों अज दी इस वीडियो का मजमून है भाई हरदीप सिंह निज्जर कैनेडा, जो कि एक प्रोमीनेंट सिख सी कैनेडा दे, जिन्हां दा कतल हो गया। अणपछाते दो लोग आउंदे ने, उन्हां दे उत्ते गोलियां दी बौछाड़ करदे ने ते चले जांदे आ। हरदीप सिंह निज्जर होरां दा मौके दे उत्ते ही अकाल चलाना हो जांदा है ते उस तों बाद फिर जो हालात इस वेले ने डायस्पोरा सिखां दे विच उहदे उत्ते गल करांगे। दोस्तों भाई हरदीप सिंह निज्जर बारे जे मैं संखेप दे विच तुहानूं दस्सां ਤਾਂ ਸਰੀ ਡੈਲਟਾ ਗੁਰਦੁਆਰਾ ਜਿਹੜਾ ਹੈਗਾ ਗੁਰੂ ਨਾਨਕ ਗੁਰਦੁਆਰਾ, ਉਹਦੇ ਉਹ ਤੀਸਰੀ ਵਾਰ ਬਣੇ ਪ੍ਰਧਾਨ ਸੀ ਅਤੇ ਜਿਹੜੀ ਜਥੇਬੰਦੀ ਹੈ ਸਿੱਖ ਫॉर ਜਸਟਿਸ, ਸੋ ਉਹਨਾਂ ਦੇ ਵੀ ਉਹ ਸਰਗਰਮ ਮੈਂਬਰ ਸੀ। ਕੈਨੇਡਾ ਤੋਂ ਆਪਾਂ ਕਹੀਏ ਵੀ ਇੱਕ ਵੱਡਾ ਚਿਹਰਾ ਸੀ ਉਹ, ਜੋ ਕਿ ਐਜ਼ ਵਲੰਟੀਅਰ ਜਾਂ ਕਹਿ ਲਈਏ ਕਿ ਜਾਂ ਉਹਨਾਂ ਦੀ ਪਾਰਟੀ ਦੇ ਵਿੱਚ ਜਥੇਬੰਦੀ ਦੇ ਵਿੱਚ ਕੰਮ ਕਰਦੇ ਸੀ। ਸੋ ਹੋਰ ਜੇਕਰ ਹਰਦੀਪ ਸਿੰਘ ਨਿੱਜਰ ਹੋਰਾਂ ਬਾਰੇ ਦੱਸਣਾ ਹੋਵੇ ਤਾਂ ਉਹਨਾਂ ਦੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੀਆਂ ਸੇਵਾਵਾਂ ਸੀ। ਕੋਵਿਡ ਦੇ ਵਿੱਚ ਜਦੋਂ ਸਟੂਡੈਂਟ ਜਿਹੜੇ ਨੇ ਸਾਡੇ ਉਹ ਰੋਲ ਰਹੇ ਸੀ ਸੜਕਾਂ ਦੇ ਉੱਤੇ, ਕੈਨੇਡਾ ਹੋਵੇ ਚਾਹੇ ਇੰਗਲੈਂਡ, ਤਾਂ ਫਿਰ ਕੁਝ ਕੁ ਗੁਰਦੁਆਰੇ ਜਿਹੜੇ ਨੇ, ਕੁਝ ਕੁ ਪ੍ਰਧਾਨ ਕਮੇਟੀਆਂ ਜਿਹੜੀਆਂ ਅੱਗੇ ਆਈਆਂ ਸੀ ਉਹਨਾਂ ਦੀ ਹੈਲਪ ਵਾਸਤੇ, ਤੇ ਉਹਨਾਂ ਦੇ ਵਿੱਚੋਂ ਭਾਈ ਹਰਦੀਪ ਸਿੰਘ ਨਿੱਜਰ ਅਤੇ ਉਹਨਾਂ ਦੀ ਕਮੇਟੀ ਵੀ ਇੱਕ ਸੀ, ਜਿਨ੍ਹਾਂ ਨੇ ਦਿਲ ਖੋਲ ਕੇ ਕੋਵਿਡ ਦੇ ਵਿੱਚ ਵੀ ਸਟੂਡੈਂਟਸ ਦਾ ਜਿਹੜਾ ਸਾਥ ਦਿੱਤਾ ਤੇ ਉਸ ਤੋਂ ਬਾਅਦ ਕੰਟੀਨਿਊ ਚੱਲਦਾ ਆ ਰਿਹਾ। ਤੁਸੀਂ ਦੇਖੀ ਹੋਣੀ ਹੈ ਇੱਕ ਅਖਬਾਰੀ ਖਬਰ ਅੱਜ ਵੀ ਘੁੰਮਦੀ ਹੈ, ਹਰਦੀਪ ਸਿੰਘ ਨਿੱਜਰ ਹੋਰਾਂ ਦਾ ਬਿਆਨ ਕਿ ਬੱਚੇ ਜਿਹੜੇ ਨੇ, ਸਟੂਡੈਂਟ ਨੇ ਜਿਹੜੇ, ਉਹ ਘਰਾਂ ਨੂੰ ਵੀ ਲੰਗਰ ਜਿਹੜਾ ਲਿਜਾ ਸਕਦੇ ਨੇ। ਨਹੀਂ ਤੇ ਆਪਾਂ ਇਹ ਦੇਖਦੇ ਹਾਂ ਵੀ ਕੁਝ ਗੁਰਦੁਆਰਿਆਂ ਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ, ਉਹ ਮਨਾਹੀ ਹੁੰਦੀ ਹੈ ਕਿ ਤੁਸੀਂ ਪੰਗਤ ਦੇ ਵਿੱਚ ਬੈਠੋ, ਖਾਓ ਤੇ ਜਾਓ, ਘਰ ਲਿਜਾਣ ਦੀ ਮਨਾਹੀ। ਸੋ ਇਹ ਤਾਂ ਇੱਕ ਲੰਗਰ ਦੀ ਗੱਲ ਹੋ ਗਈ। ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਹਰਦੀਪ ਸਿੰਘ ਨਿੱਜਰ ਹੋਰੀ ਜਿਹੜੇ ਕੈਨੇਡਾ ਦੇ ਵਿੱਚ ਰਹਿ ਕੇ ਕਰਦੇ ਰਹੇ, ਉਹਨਾਂ ਦਾ ਨਾਮ ਵੀ ਬੜਾ ਮਕਬੂਲ ਸੀ। ਸੋ ਉਹਨਾਂ ਨੂੰ ਕਮਿਊਨਿਟੀ ਅਵਾਰਡ ਵੀ ਜਿਹੜੇ ਨੇ ਉਹ ਪਿਛਲੇ ਸਮੇਂ ਦੇ ਵਿੱਚ ਦਿੱਤੇ ਗਏ। ਸੋ ਜੇਕਰ ਉਹਨਾਂ ਦੇ ਪਰਿਵਾਰ ਦੀ ਗੱਲ ਕਰਨੀ ਹੋਵੇ ਤਾਂ ਪਰਿਵਾਰ ਦੇ ਵਿੱਚ ਮਾਂ-ਬਾਪ, ਉਹਨਾਂ ਦੀ ਧਰਮ ਪਤਨੀ ਅਤੇ 2 ਬੱਚੇ ਜਿਹੜੇ ਨੇ ਉਹ ਪਿੱਛੇ ਛੱਡ ਗਏ ਨੇ। ਪਲੰਬਿੰਗ ਦਾ ਕੰਮ ਜਿਹੜਾ ਉਹ ਕਰਦੇ ਹੁੰਦੇ ਸੀ ਤੇ ਸਾਰਾ ਕੁਝ ਠੀਕ ਠਾਕ ਸੀ। ਜੇਕਰ ਗੱਲ ਗੁਰਦੁਆਰੇ ਨੂੰ ਸੇਵਾਵਾਂ ਦੀ ਕਰੀਏ ਤਾਂ ਅਕਸਰ ਉਹਨਾਂ ਦੀਆਂ ਸਪੀਚਾਂ ਜਿਹੜੀਆਂ ਜਦੋਂ ਮੈਂ ਸੁਣੀਆਂ ਉਹਨਾਂ ਦੀ ਇਹ ਮੌਤ ਤੋਂ ਬਾਅਦ, ਉਹਨਾਂ ਦੇ ਕਤਲ ਤੋਂ ਬਾਅਦ, ਤਾਂ ਉਹਨਾਂ ਦੀ ਇੱਕ ਸਪੀਚ ਹੈ, ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਗੁਰਦੁਆਰਾ ਸਾਹਿਬ ਨੂੰ ਚਲਾਉਣ ਵਾਲੀਆਂ ਪਿਛਲੀਆਂ ਜਿਹੜੀਆਂ ਕਮੇਟੀਆਂ ਸੀ, ਉਹਨਾਂ ਨੇ ਬਹੁਤ ਵੱਡੇ ਕਰਜ਼ੇ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ ਉੱਤੇ ਲਏ ਹੋਏ ਸੀ ਤੇ ਸਾਡਾ ਮਕਸਦ ਇਹ ਹੈ ਕਿ ਗੁਰਦੁਆਰਾ ਸਾਹਿਬ ਨੂੰ ਕਰਜ਼ਾ ਮੁਕਤ ਕਰਨਾ ਅਤੇ ਉਸ ਤੋਂ ਬਾਅਦ ਬਿਲਡਿੰਗ ਬਣਾਉਣੀ, ਹੋਰ ਬਿਲਡਿੰਗ ਬਣਾਉਣੀ, ਹੋਰ ਸੁਧਾਰ ਕਰਨੇ। ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਕਮੇਟੀ ਤੇ ਹਰਦੀਪ ਸਿੰਘ ਨਿੱਜਰ ਹੋਰਾਂ ਵੱਲੋਂ ਖੁਦ ਇੱਕ ਜਿਹੜਾ ਸਕੂਲ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਵੀ ਬਣਾ ਦਿੱਤਾ ਗਿਆ ਸੀ, ਪੰਜਾਬੀ ਸਕੂਲ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਸਤੇ, ਜੋ ਕਿ ਬਿਲਕੁਲ ਕਰਜ਼ੇ ਤੋਂ ਮੁਫਤ, ਮਤਲਬ ਕਹਿ ਲਈਏ ਕਿ ਕਿਸੇ ਤਰ੍ਹਾਂ ਦਾ ਵੀ ਕਰਜ਼ਾ, 1 ਰੁਪਈਆ ਵੀ ਕਰਜ਼ਾ ਨਹੀਂ ਲਿਆ ਗਿਆ, ਉਹ ਬਣਾ ਦਿੱਤਾ ਗਿਆ। ਕੁਝ ਦਿਨਾਂ ਤੱਕ, ਸ਼ਾਇਦ ਕੁਝ ਮਹੀਨਿਆਂ ਦੇ ਵਿੱਚ ਉਹ ਚੱਲਣ ਵੀ ਲੱਗ ਪੈਣਾ। ਸੋ ਸਕੂਲ ਹੈਗਾ। ਸੋ ਇਸ ਤੋਂ ਇਲਾਵਾ ਹੋਰ ਬੜੀਆਂ ਜਿਹੜੀਆਂ ਸੇਵਾਵਾਂ ਨੇ ਹਰਦੀਪ ਸਿੰਘ ਨਿੱਜਰ ਹੋਰੀ ਕਰਦੇ ਰਹੇ ਨੇ। ਪਰ ਹੁਣ ਗੱਲ ਜੇ ਮੌਕੇ ਦੀ ਕਰੀਏ ਤਾਂ ਥ੍ਰੈਟ ਕੀ ਸੀ? ਕੈਨੇਡਾ ਦੀਆਂ ਖੁਫੀਆ ਏਜੰਸੀਆਂ ਵੱਲੋਂ ਹਰਦੀਪ ਸਿੰਘ ਨਿੱਜਰ ਹੋਰਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਅਲਰਟ ਤੇ ਰੱਖਿਆ ਹੋਇਆ ਸੀ। ਉਹਨਾਂ ਨੂੰ ਸੱਦ ਕੇ ਵੀ ਕਿਹਾ ਗਿਆ ਕਿ ਤੁਹਾਨੂੰ ਖਤਰਾ ਹੈ, ਤੁਹਾਡੀ ਜਾਨ ਨੂੰ ਖਤਰਾ ਹੈ ਤੇ ਆਪਣਾ ਖਿਆਲ ਤੁਸੀਂ ਰੱਖਣਾ ਹੈ। ਉਸ ਤੋਂ ਬਾਅਦ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਹੜੀਆਂ ਖੁਫੀਆ ਏਜੰਸੀਆਂ ਜਾਂ ਫਿਰ ਉੱਥੋਂ ਦੀ ਪੁਲਿਸ ਹੈ ਕੈਨੇਡਾ ਦੀ, ਉਹਨਾਂ ਨੇ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਗੱਡੀ ਦੇ ਵਿੱਚ ਲੱਗਾ ਹੋਇਆ ਟਰੈਕਰ ਵੀ ਲਵਾ ਦਿੱਤਾ ਸੀ ਕਿ ਤੁਸੀਂ ਟਰੈਕ ਨਹੀਂ ਹੋਣੇ ਚਾਹੀਦੇ। ਸੋ ਟਰੈਕਰ ਜਿਹੜਾ ਹੈ ਉਹਨਾਂ ਦੀ ਗੱਡੀ ਦੇ ਵਿੱਚੋਂ ਲਾ ਦਿੱਤਾ ਗਿਆ ਸੀ ਕਿ ਕੋਈ ਵੀ ਜਿਹੜਾ ਹੈ, ਕੋਈ ਸ਼ਖਸ ਟੈਕਨੋਲੋਜੀ ਦੇ ਨਾਲ ਤੁਹਾਡੀ ਲੋਕੇਸ਼ਨ ਪਤਾ ਕਰ ਸਕਦਾ ਹੈ, ਇਸ ਕਰਕੇ ਤੁਸੀਂ ਟਰੈਕਰ ਵੀ ਉਤਾਰ ਦਿਓ। ਉਹਦੇ ਨਾਲ ਲੋਕਲ ਗੈਂਗਸ ਜਿਹੜੀਆਂ ਨੇ, ਕਿਉਂਕਿ ਤੁਸੀਂ ਜਾਣਦੇ ਹੋ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਗੈਂਗਸ ਨੇ ਜਿਹਦੇ ਵਿੱਚ ਆਲਮੋਸਟ ਪੰਜਾਬੀ ਨੇ, ਕੁਝ ਉੱਥੋਂ ਦੇ ਜੰਪਲ, ਕੁਝ ਪੰਜਾਬ ਤੋਂ ਗਏ ਹੋਏ ਆ। ਸੋ ਜਦੋਂ ਗੈਂਗਸ ਦੇ ਕੋਲ ਇਹ ਗੱਲ ਪਹੁੰਚਦੀ ਹੈ, ਕਿਉਂਕਿ ਤੁਹਾਨੂੰ ਦੱਸ ਦਈਏ ਕਿ ਵੈਨਕੂਵਰ ਸਨ ਇੱਕ ਅਖਬਾਰ ਹੈਗੀ ਹੈ, ਜੇਕਰ ਤੁਸੀਂ ਜਾ ਕੇ ਦੇਖੋ, ਸੋ ਉਹਦੇ ਵਿੱਚ ਲਿਖਿਆ ਹੋਇਆ ਇੱਕ ਕੱਲ ਦੀ ਇੱਕ ਜਿਹੜੀ ਖਬਰ ਘੁੰਮ ਰਹੀ ਹੈ ਕਿ ਉਹਦੇ ਵਿੱਚ ਇਸ ਖਾਸ ਤੌਰ ਦੇ ਉੱਤੇ ਲਿਖਿਆ ਹੋਇਆ ਸੀਗਾ ਕਿ ਲੋਕਲ ਗੈਂਗਸ ਵੱਲੋਂ ਵੀ ਅਲਰਟ ਕੀਤਾ ਗਿਆ ਆ ਕੇ ਮਿਲ ਕੇ ਹਰਦੀਪ ਸਿੰਘ ਨਿੱਜਰ ਨੂੰ ਕਿ ਸਾਡੇ ਕੋਲ ਤੁਹਾਡੇ ਨਾਂ ਦੀ ਸੁਪਾਰੀ ਜਿਹੜੀ ਹੈ ਉਹ ਆ ਰਹੀ ਹੈ। ਦੋਸਤੋ ਇਹ ਤਾਂ ਹੁਣ ਕਹਿਣਾ ਇੱਥੇ ਮੁਸ਼ਕਲ ਹੈ, ਪਰ ਇੱਕ ਇਹ ਜਿਹੜੀ ਗੱਲ ਅਖਬਾਰ ਦੇ ਵਿੱਚ ਲਿਖੀ ਗਈ ਕਿ ਇੱਕ ਵੈਬਸਾਈਟ ਹੈ ਜੋ ਕੈਨੇਡਾ ਦੇ ਵਿੱਚ ਚੱਲਦੀ ਹੋਊਗੀ ਜਾਂ ਫਿਰ ਕੁਝ ਇਸ ਤਰ੍ਹਾਂ ਦੀ ਪ੍ਰਾਈਵੇਟ ਵੈਬਸਾਈਟ ਹੋਊਗੀ ਜਿਹੜੇ ਕੁਝ ਲੋਕ ਹੀ ਦੇਖ ਸਕਦੇ ਹੋਣਗੇ, ਕਿਸੇ ਖਾਸ ਲੋਕਾਂ ਵਾਸਤੇ ਬਣਾਈ ਹੋਊਗੀ।
ਜਾਂ ਗੈਂਗਸ ਨੇ ਆਪਣੇ ਵਾਸਤੇ ਬਣਾਈ ਹੈ ਕਿ ਅੰਡਰਵਰਲਡ ਜਿਵੇਂ ਹੁੰਦਾ, ਜਿਵੇਂ ਆਪਾਂ ਬੰਬੇ ਦੇ ਵਿੱਚ ਸੁਣਦੇ ਸੀ ਅੰਡਰਵਰਲਡ। ਸੋ ਜਿਹੜਾ ਕੈਨੇਡਾ ਦਾ ਅੰਡਰਵਰਲਡ ਹੈ, ਉਹਨਾਂ ਦੀ ਇੱਕ ਖਾਸ ਸ਼ਾਇਦ ਹੋ ਸਕਦਾ ਵੈਬਸਾਈਟ ਹੋਵੇ ਜੋ ਕੈਨੇਡੀਅਨ ਪੁਲਿਸ ਵੀ ਦੱਸਦੀ ਹੈ, ਏਜੰਸੀਆਂ ਦੱਸਦੀਆਂ ਕਿ ਉਸ ਵੈਬਸਾਈਟ ਦੇ ਉੱਤੇ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸੁਪਾਰੀ ਹੈ ਉਹ ਬਹੁਤ ਦਿਨਾਂ ਤੋਂ ਘੁੰਮ ਰਹੀ ਸੀ, ਬਹੁਤ ਮਹੀਨਿਆਂ ਤੋਂ ਘੁੰਮ ਰਹੀ ਸੀ। ਉਹਦੇ ਉੱਤੇ ਲਿਖਿਆ ਸੀ ਕਿ ਆਹ ਬੰਦਾ ਖਤਮ ਕਰੋ ਅਤੇ ਇੰਨੇ ਪੈਸੇ ਚੁੱਕ ਲਓ। ਸੋ ਗੈਂਗਸ ਜਿਹੜੀਆਂ ਸੀ, ਉਹ ਸਾਰੀਆਂ ਗੈਂਗਸ ਤਾਂ ਦੇਖਦੀਆਂ ਹੋਣਗੀਆਂ ਕਿ ਇਹ ਸੁਪਾਰੀ ਆਈ ਹੈ ਨਵੀਂ, ਆਪਾਂ ਬੰਦਾ ਮਾਰੀਏ ਤੇ ਪੈਸੇ ਲੈ ਲਈਏ। ਸੋ ਉਹਦੇ ਵਿੱਚ ਫਿਰ ਜਿਹੜੀਆਂ ਤਾਂ ਕੁਝ ਇਸ ਤਰ੍ਹਾਂ ਦੀਆਂ ਗੈਂਗਸ ਹੋਣਗੀਆਂ ਜਿਹਦੇ ਵਿੱਚ ਸਿੱਖਾਂ ਦੇ ਮੁੰਡੇ ਹੋਣਗੇ। ਸੋ ਉਹ ਸੋਚਦੇ ਹੋਣਗੇ ਕਿ ਹਰਦੀਪ ਸਿੰਘ ਨਿੱਜਰ ਕਮਿਊਨਿਟੀ ਲੀਡਰ ਹੈ ਤੇ ਕਮਿਊਨਿਟੀ ਵਾਸਤੇ ਸੇਵਾਵਾਂ ਕਰਦਾ ਹੈ, ਗੁਰਦੁਆਰੇ ਦਾ ਪ੍ਰਧਾਨ ਹੈ, ਤਾਂ ਆਪਾਂ ਇਹ ਕੰਮ ਨਹੀਂ ਕਰਨਾ। ਤੇ ਉਹ ਹੋ ਸਕਦਾ ਉਹਨਾਂ ਗੈਂਗਸ ਦੇ ਵਿੱਚੋਂ ਹੀ ਲੋਕ ਜਿਹੜੇ ਨੇ ਹਰਦੀਪ ਸਿੰਘ ਨਿੱਜਰ ਹੋਰਾਂ ਨੂੰ ਮਿਲੇ ਵੀ ਹੋਣ। ਮਿਲ ਕੇ ਇਹ ਗੱਲ ਦਾ ਖਦਸ਼ਾ ਉਹਨਾਂ ਨੇ ਜਤਾਇਆ ਹੋਵੇ ਕਿ ਤੁਹਾਡੀ ਸੁਪਾਰੀ ਜਿਹੜੀ ਹੈ ਫਲਾਨੀ ਵੈਬਸਾਈਟ ਦੇ ਉੱਤੇ ਘੁੰਮ ਰਹੀ ਹੈ, ਜੋ ਕਿ ਪ੍ਰਾਈਵੇਟ ਹੈ, ਪਰ ਖੁਫੀਆ ਏਜੰਸੀਆਂ ਦੇ ਕੋਲ ਤਾਂ ਚੀਜ਼ਾਂ ਇਹ ਪਹੁੰਚ ਜਾਂਦੀਆਂ। ਸੋ ਉਹ ਜਿਹੜੀ ਸੁਪਾਰੀ ਫਿਰ ਕਿਸੇ ਨਾ ਕਿਸੇ ਨੇ ਤਾਂ ਚੁੱਕਣੀ ਸੀ। ਉਹ ਫਿਰ ਕਿਹੜੀ ਗੈਂਗ ਨੇ ਚੁੱਕੀ ਹੈ ਇਹ ਹਜੇ ਤੱਕ ਆਪਾਂ ਨੂੰ ਕਨਫਰਮ ਨਹੀਂ, ਪਰ ਕਿਸੇ ਨੇ ਉਹ ਸੁਪਾਰੀ ਜਿਹੜੀ ਹੈ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਲਈ ਅਤੇ ਦੋ ਬੰਦੇ ਆ ਕੇ ਹਰਦੀਪ ਸਿੰਘ ਨਿੱਜਰ ਹੋਰਾਂ ਨੂੰ ਗੁਰਦੁਆਰਾ ਸਾਹਿਬ ਦੀ ਪਾਰਕਿੰਗ, ਜਦੋਂ ਉਹ ਗੱਡੀ ਕੱਢ ਕੇ ਸ਼ਾਇਦ ਘਰ ਨੂੰ ਜਾ ਰਹੇ ਸੀ, ਤੇ ਉੱਥੇ ਉਹ ਦੋ ਬੰਦੇ ਜਿਹੜੇ ਨੇ ਪਹਿਲਾਂ ਹੀ ਤਾਕ ਦੇ ਵਿੱਚ ਸੀ, ਉਹਨਾਂ ਨੇ ਗੋਲੀਆਂ ਵਰਾ ਦਿੱਤੀਆਂ ਤੇ ਜਿਹਦੇ ਵਿੱਚ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਮੌਤ ਹੋ ਜਾਂਦੀ ਹੈ। ਦੋਸਤੋ, ਕੈਨੇਡਾ ਦੇ ਵਿੱਚ ਨਾ ਜਦੋਂ ਆਮ ਮੈਂ ਲੋਕਾਂ ਨਾਲ ਉੱਥੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਹ ਦੱਸਿਆ ਕਿ ਹੁਣ ਵੈਨਕੂਵਰ, ਸਰੀ, ਇਹ ਡੈਲਟਾ ਜਿਹੜਾ ਇਹ ਜਿਹੜਾ ਏਰੀਆ ਹੈਗਾ ਨਾ ਇਸ ਪਾਸੇ ਵਾਲਾ, ਸੋ ਇੱਥੇ ਹੁਣ ਕਤਲ ਜਿਹੜੇ ਨੇ ਉਹ ਆਮ ਹੋ ਗਏ। ਮਤਲਬ ਇੰਨੇ ਜ਼ਿਆਦਾ ਕਤਲ ਪਿਛਲੇ ਸਮੇਂ ਦੇ ਵਿੱਚ ਗੈਂਗਸ ਵੱਲੋਂ ਕੀਤੇ ਗਏ ਕਿ ਲੋਕਾਂ ਵਾਸਤੇ ਆਮ ਜਿਹੀ ਗੱਲ ਹੈ। ਪਰ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਇਹ ਕਤਲ ਜਿਹੜਾ ਹੈ ਇਹ ਆਮ ਨਹੀਂ ਹੈ। ਇਹ ਤੁਸੀਂ ਦੇਖਿਆ ਹੋਣਾ ਕਿ ਆਮ ਹੈ, ਜਿਵੇਂ ਕਹਿ ਰਹੇ ਹਾਂ ਕਿ ਬਹੁਤ ਸਾਰੇ ਕਤਲ ਉੱਥੇ ਹੋਏ, ਪਰ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਕਤਲ ਹੋਣ ਤੋਂ ਬਾਅਦ 2000 ਬੰਦਾ ਗੁਰਦੁਆਰਾ ਸਾਹਿਬ ਪਹੁੰਚ ਜਾਣਾ, ਉੱਥੇ ਆ ਕੇ ਰੋਸ ਵਿਖਾਵਾ ਕਰਨਾ। ਉੱਥੋਂ ਦੇ MP ਜਿਹੜੇ ਨੇ ਸੁਖ ਧਾਲੀਵਾਲ, ਉਹ ਪਹੁੰਚ ਜਾਂਦੇ ਨੇ ਤੇ ਉਹਨਾਂ ਨੂੰ ਵੀ ਫਿਰ ਗਰਮਜੋਸ਼ੀ ਦੇ ਨਾਲ ਸਵਾਲ ਪੁੱਛੇ ਗਏ, ਉਹਨਾਂ ਨੂੰ ਜਵਾਬ ਤਲਬੀ ਉਹਨਾਂ ਨੂੰ ਕਰਨੀ ਪਈ ਕਿ ਆਖਰ ਕਿਉਂ ਹੋ ਰਿਹਾ, ਤੁਸੀਂ ਇਸ ਗੱਲ ਦੀ ਨਖੇਦੀ ਕਰਦੇ ਹੋ ਜਾਂ ਨਹੀਂ। ਮਤਲਬ ਕਿ ਇਹ ਕਤਲ ਜਿਹੜਾ ਹੈ ਉਹ ਆਮ ਨਹੀਂ ਹੈ ਤੇ ਇਹ ਗੱਲਾਂ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਵੀ ਜਿਹੜੀਆਂ ਨੇ ਉਹ ਦੇਖ ਰਹੀਆਂ। ਹੁਣ ਜਿਹੜੇ ਸਿੱਖ ਨੇ, ਸਿੱਖ ਜਥੇਬੰਦੀਆਂ ਜਾਂ ਜਿਹੜੇ ਉਹ ਸਿੱਖ ਨੇ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਨੇ ਜਾਂ ਖਾਲਿਸਤਾਨ ਲਈ ਸੰਘਰਸ਼ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਰਹਿ ਕੇ, ਉਹਨਾਂ ਦਾ ਹੁਣ ਇਹ ਕਹਿਣਾ ਹੈ ਕਿ ਇਹ ਕਤਲ ਜਿਹੜਾ ਹੈ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕਰਵਾਇਆ ਗਿਆ। ਹੁਣ ਇਹਦੇ ਪਿੱਛੇ ਕਾਰਨ ਕੀ ਨੇ, ਕਿਉਂ ਉਹ ਕਹਿੰਦੇ ਨੇ? ਉਹਨਾਂ ਦਾ ਮੰਨਣਾ ਇਹ ਹੈ ਕਿ ਪਿਛਲੇ ਸਮੇਂ ਤੋਂ ਹੀ ਜਿਹੜੇ ਹਰਦੀਪ ਸਿੰਘ ਨਿੱਜਰ ਨੇ ਉਹ NIA ਦੀ ਹਿੱਟ ਲਿਸਟ ਤੇ ਸੀ। 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ NIA ਨੇ, ਜੋ ਭਾਰਤ ਦੀ ਏਜੰਸੀ ਹੈ। ਸੋ ਉਹਨਾਂ ਨੇ ਇਨਾਮ ਰੱਖਿਆ ਹੋਇਆ ਸੀਗਾ ਕਿ 10 ਲੱਖ ਰੁਪਇਆ ਇਨਾਮ ਜਿਹੜਾ ਸਾਨੂੰ ਪਤਾ ਦੱਸੇ। ਪਤਾ ਤਾਂ ਹੁੰਦਾ ਹੀ ਆ, ਪਰ ਇੱਕ ਫਾਰਮੈਲਿਟੀ ਹੁੰਦੀ ਹੈ ਕਿ ਇਹ ਮੋਸਟ ਵਾਂਟਡ ਬੰਦਾ ਅਸੀਂ ਬਣਾਉਣਾ। ਸੋ ਦੂਸਰੀ ਗੱਲ, ਉਸ ਤੋਂ ਇਲਾਵਾ ਤੁਹਾਨੂੰ ਯਾਦ ਹੋਣਾ ਹੈ ਕਿ ਅੱਜ ਤੋਂ ਤਕਰੀਬਨ ਸਾਲ ਪਹਿਲਾਂ ਭਾਰਤੀਆਂ ਵੱਡੀਆਂ ਜਿਹੜੇ TV ਚੈਨਲ ਵੱਡੇ ਨੇ, ਉਹਨਾਂ ਦੇ ਉੱਤੇ ਇੱਕ ਖਬਰ ਚੱਲੀ ਸੀ ਕਿ ਗੁਰਪਤਵੰਤ ਪੰਨੂ, ਜੋ ਕਿ ਸਿੱਖ ਫੋਰ ਜਸਟਿਸ ਦੇ ਕਰਤਾ ਧਰਤਾ ਨੇ, ਉਹ ਅਤੇ ਹਰਦੀਪ ਸਿੰਘ ਨਿੱਜਰ ਦੋਨਾਂ ਦੀਆਂ ਪੰਜਾਬ ਵਿਚਲੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਗਈਆਂ। ਸੋ ਜਿੰਨੀ ਪ੍ਰਾਪਰਟੀ ਸੀ ਹਰਦੀਪ ਸਿੰਘ ਨਿੱਜਰ ਹੋਰਾਂ ਦੀ, ਉਹ ਵੀ ਜ਼ਬਤ ਉੱਥੇ ਕਰ ਲਈ ਗਈ ਸੀ। ਮੋਸਟ ਵਾਂਟਡ ਐਲਾਨ ਦਿੱਤਾ ਗਿਆ ਸੀਗਾ ਤੇ NIA ਜਿਹੜੀ ਇਹ ਮੰਗ ਕਰ ਰਹੀ ਸੀ। ਉਹਦੇ ਹੁਣ ਪਿੱਛੇ ਇੱਕ ਦੋ ਹੋਰ ਕਾਰਨ ਵੀ ਨੇ। ਕਹਿੰਦੇ ਆ ਕਿ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਜਿਹੜਾ ਪਿੰਡ ਹੈ ਜਲੰਧਰ ਦੇ ਲਾਗੇ, ਉੱਥੇ ਮੰਦਿਰ ਦੇ ਪੁਜਾਰੀ ਦਾ ਇੱਕ ਕਤਲ ਹੋਇਆ ਸੀ। ਇਸ ਕਤਲ ਦਾ ਇਲਜ਼ਾਮ ਜਿਹੜਾ ਹੈ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਉੱਤੇ ਸੁੱਟਿਆ ਜਾਂਦਾ ਰਿਹਾ। ਪਰ ਦੂਸਰੇ ਪਾਸੇ ਜਦੋਂ ਆਪਾਂ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸੁਣਦੇ ਆ ਜਾਂ ਫਿਰ ਜਿਹੜੀਆਂ ਬਾਹਰ ਜਿਹੜੀਆਂ ਕੰਮ ਕਰ ਰਹੀਆਂ ਜਥੇਬੰਦੀਆਂ, ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਛੋਟੇ ਕੰਮ ਅਤੇ ਘਟੀਆ ਕੰਮ ਜਿਹੜੇ ਨੇ ਉਹ ਹਰਦੀਪ ਸਿੰਘ ਨਿੱਜਰ ਹੋਰੀ ਨਹੀਂ ਕਰ ਸਕਦੇ ਤੇ ਨਾ ਹੀ ਕੀਤੇ ਆ। ਤੇ ਹਰਦੀਪ ਸਿੰਘ ਨਿੱਜਰ ਹੋਰਾਂ ਨੇ ਵੀ ਇਸ ਗੱਲ ਦੀ ਨਿਖੇਧੀ ਕੀਤੀ ਹੈ ਕਿ ਇਸ ਤਰ੍ਹਾਂ ਦਾ ਕੰਮ ਨਹੀਂ, ਸਾਡਾ ਕਿਸੇ ਦੇ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਹੈਗਾ। ਸੋ ਉਹ ਉਹਨਾਂ ਦੇ ਉੱਤੇ ਜਿਹੜੀਆਂ ਕੁਝ RSS ਦੇ ਜਿਹੜੇ ਲੀਡਰ ਸੀ ਪੰਜਾਬ ਦੇ ਵਿੱਚ, ਕੁਝ ਨਿਸ਼ਾਨੇ ਤੇ ਲਏ ਗਏ ਪਿਛਲੇ ਸਮੇਂ ਦੇ ਵਿੱਚ, ਉਹਨਾਂ ਦੇ ਕਰਕੇ ਵੀ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਨਾਮ ਜਿਹੜਾ ਹੈ ਉਹ ਸੁਰਖੀਆਂ ਦੇ ਵਿੱਚ ਰਿਹਾ। ਪਰ ਕੀ ਇਹ ਘਟਨਾਵਾਂ ਹੋਈਆਂ ਜਾਂ ਜੇ ਆਪਾਂ ਇਹ ਗੱਲਾਂ ਕਹਿੰਦੇ ਆ ਤਾਂ ਹਰਦੀਪ ਸਿੰਘ ਨਿੱਜਰ ਹੋਰਾਂ ਦੀਆਂ ਮੈਂ ਇੰਟਰਵਿਊ ਸੁਣੀਆਂ ਇਸ ਬਾਰੇ ਸੋਸ਼ਲ ਮੀਡੀਆ ਤੇ। ਉਹਨਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦਾ ਕੰਮ ਸਾਡੇ ਵੱਲੋਂ ਕੋਈ ਨਹੀਂ ਕੀਤਾ ਗਿਆ, ਅਸੀਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਵੱਖਰੇ ਖਾਲਸਾ ਰਾਜ ਦੀ ਜਿਹੜੀ ਆ ਉਹ ਮੰਗ ਕਰਦੇ ਆ ਤੇ ਸਾਡੇ ਵੱਲੋਂ ਕਿਸੇ ਦਾ ਵੈਰ ਵਿਰੋਧ ਨਹੀਂ, ਕੋਈ ਵਾਇਲੈਂਸ ਨਹੀਂ ਕਰਦੇ। ਤੇ ਦੂਸਰਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਉਹ ਵਾਕਈ ਲੋੜੀਂਦੇ ਨੇ, ਜੇਕਰ ਵਾਕਈ ਉਹਨਾਂ ਵੱਲੋਂ ਇਹ ਕਤਲ ਕੀਤੇ ਗਏ ਨੇ ਪੰਜਾਬ ਦੀ ਧਰਤੀ ਦੇ ਉੱਤੇ, ਤੇ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਬਹੁਤ ਤੇਜ਼ ਨੇ,
ਬੜੀਆਂ ਕਲੈਵਰ ਨੇ, ਬਾਜ਼ ਆਖਿਆ ਉਹਨਾਂ ਦੀ, ਤੇ ਉਹ ਕਦੇ ਵੀ ਆ ਕੇ ਮੈਨੂੰ ਸਵਾਲ ਜਵਾਬ ਕਰ ਸਕਦੀਆਂ ਨੇ, ਮੈਨੂੰ ਪੁੱਛ ਸਕਦੀਆਂ। ਇੱਥੋਂ ਤੱਕ ਕਿ ਤੁਹਾਨੂੰ ਇਹ ਵੀ ਦੱਸ ਦਈਏ ਇੱਕ ਗੱਲ ਜਿਹੜੀ ਨਾਲੋਂ ਨਾਲ ਕਿ ਇੰਟਰਪੋਲ ਦੇ ਕੋਲੋਂ ਵੀ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਗ੍ਰਿਫਤਾਰੀ ਅਰੈਸਟ ਜਿਹੜੇ ਮੰਗੀ ਗਈ ਸੀ ਕਿ ਐਕਸਟ੍ਰਾਡੀਸ਼ਨ ਉਹਨਾਂ ਦੀ ਕਰਕੇ ਤੇ ਨਿੱਜਰ ਸਾਨੂੰ ਭਾਰਤ ਭੇਜਿਆ ਜਾਵੇ, ਪਰ ਇੰਟਰਪੋਲ ਨੇ ਵੀ ਇਹ ਗੱਲ ਤੋਂ ਇਨਕਾਰ ਕਰ ਦਿੱਤਾ ਸੀ। ਕਿਉਂਕਿ ਕਹਿੰਦੇ ਸਾਡੇ ਕੋਲ ਕੋਈ ਸਬੂਤ ਨਹੀਂ ਹੈ, ਸਾਨੂੰ ਕੁਝ ਵੀ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਨਿੱਜਰ ਬਾਰੇ ਨਹੀਂ ਮਿਲੀ ਜਿਸ ਦੇ ਆਧਾਰ ਦੇ ਉੱਤੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਤੁਹਾਡੇ ਕੋਲ ਭੇਜੀਏ। ਸੋ ਇਹ ਚੀਜ਼ਾਂ ਨੇ। ਕੈਨੇਡਾ ਦੀ ਜਿਹੜੀ ਗਵਰਨਮੈਂਟ ਹੈ, ਕੈਨੇਡਾ ਦੀ ਪੁਲਿਸ ਹੈ, ਉਹ ਵੀ ਪਹਿਲਾਂ ਇਹ ਗੱਲਾਂ ਕਹਿ ਚੁੱਕੀ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਜੋ ਇਲਜ਼ਾਮ ਜਿਹੜੇ ਉਹ ਲਾਏ ਜਾ ਰਹੇ ਆ। ਸੋ ਹੁਣ ਭਾਰਤ ਸਰਕਾਰ ਇਲਜ਼ਾਮ ਜਿਹੜੇ ਉਹ ਲਾਉਂਦੀ ਹੈ ਕਿ ਇਹ ਕਤਲ ਵੀ ਹੋਏ ਨੇ ਤੇ ਇਹ ਜੀ ਮੋਸਟ ਵਾਂਟਡ ਨੇ, ਤੇ ਦੂਸਰੇ ਪਾਸੇ ਕੈਨੇਡਾ ਦੀ ਪੁਲਿਸ ਕਹਿੰਦੀ ਹੈ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਸੋ ਹੁਣ ਦੋਨੋਂ ਏਜੰਸੀਆਂ ਜਾਂ ਦੋਨੋਂ ਦੇਸ਼ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੇ ਵਿੱਚ ਆਮੋ ਸਾਹਮਣੇ ਸੀ। ਉਹਦੇ ਵਿੱਚੋਂ ਹੁਣ ਨਤੀਜਾ ਇਹ ਨਿਕਲਿਆ ਕਿ ਉਹਨਾਂ ਦਾ ਕਤਲ ਹੋ ਜਾਂਦਾ। ਕਤਲ ਹੋਣ ਤੋਂ ਬਾਅਦ ਹੁਣ ਇਹ ਤਾਂ ਕਿਹਾ ਜਾਣਾ ਜਿਹੜਾ ਹੈ ਹਜੇ ਸੰਭਵ ਨਹੀਂ ਹੈ ਕਿ ਇਹ ਕਤਲ ਕਿਹਨੇ ਕੀਤਾ, ਪਰ ਜਿਹੜੀ ਸਿੱਖ ਨੇ, ਜਿਹੜੇ ਜਥੇਬੰਦੀਆਂ ਨੇ, ਹੁਣ ਸਿੱਖ ਫੈਡਰੇਸ਼ਨ ਯੂਕੇ ਹੈ ਜਾਂ ਫਿਰ ਕੈਨੇਡਾ ਦੀਆਂ ਏਜੰਸੀਆਂ, ਮਾਫ ਕਰਨਾ, ਜਥੇਬੰਦੀਆਂ, ਅਮਰੀਕਾ ਦੀਆਂ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਦਾ ਸਿੱਧੇ ਤੌਰ ਦੇ ਉੱਤੇ ਜਿਹੜਾ ਕਹਿਣਾ ਹੈ ਕਿ ਇਹ ਕੰਮ ਜਿਹੜਾ ਭਾਰਤ ਸਰਕਾਰ ਨੇ ਆਪਣੇ ਖੁਫੀਆ ਤੰਤਰ ਰਾਹੀਂ ਕਰਵਾਇਆ। ਸੋ ਇਹ ਉਹਨਾਂ ਦਾ ਮੰਨਣਾ ਹੈਗਾ। ਹੁਣ ਦੂਸਰੇ ਪਾਸੇ ਆਪਾਂ ਉਹ ਵੀ ਗੱਲ ਕਰ ਲਈਏ ਕਿ ਭਾਰਤ ਦੇ ਟੀਵੀ ਚੈਨਲਾਂ ਦੇ ਉੱਤੇ ਵੀ ਇਸ ਨੂੰ ਲੈ ਕੇ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ, ਬੜੇ ਮਸਾਲੇਦਾਰ ਜਿਹੜੇ ਨੇ, ਲੱਛੇਦਾਰ ਜਿਹੜੇ ਨੇ ਵਿਅੰਗ ਕੀਤੇ ਜਾ ਰਹੇ ਨੇ। ਉਹਦੇ ਵਿੱਚ ਇਹ ਕਿਹਾ ਜਾ ਰਿਹਾ, ਇਨਡਾਇਰੈਕਟਲੀ ਜ਼ਿੰਮੇਵਾਰੀ ਲਈ ਜਾ ਰਹੀ ਹੈ। ਸੋ ਗੌਰਵ ਆਰਿਆ, ਮੇਜਰ ਗੌਰਵ ਆਰਿਆ, ਜਿਹਦਾ ਕੰਮ ਜ਼ਹਿਰ ਉਗਲਣਾ ਹੈ ਟੀਵੀ ਚੈਨਲਾਂ ਦੇ ਉੱਤੇ, YouTube ਦੇ ਉੱਤੇ ਬੈਠ ਕੇ, ਸੋ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਐਕਸ਼ਨ ਨਹੀਂ ਹੁੰਦਾ ਕਿ ਦੋ ਕਮਿਊਨਿਟੀਆਂ ਦੇ ਵਿੱਚ ਪਾੜ ਪਾਉਣ ਲਈ ਮੇਜਰ ਜਿਹੜਾ ਗੌਰਵ ਆਰਿਆ ਹੈ ਉਹ ਕੰਮ ਕਰ ਰਿਹਾ। ਸੋ ਉਹ ਇਸ ਤਰ੍ਹਾਂ ਦੇ ਬਿਆਨ ਦਿੰਦਾ ਹੈ ਕਿ ਸ਼ਾਇਦ ਉਹਨੂੰ ਆਪਣੇ ਭਾਰਤ ਦੇ ਕਾਨੂੰਨ ਦੇ ਉੱਤੇ ਵੀ ਜਿਹੜਾ ਹੈ ਭਰੋਸਾ ਨਾ ਹੋਵੇ। ਕਿਉਂਕਿ ਉਹਦਾ ਪਿਛਲੇ ਦਿਨੀ ਇੱਕ ਬਿਆਨ ਵੀ ਆਇਆ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਹੀ ਏਡਸ ਦਾ ਟੀਕਾ ਲਾ ਦੇਣਾ ਚਾਹੀਦਾ, ਜਿਹਦੇ ਨਾਲ ਉਹ ਤੜਪ ਕੇ ਹੌਲੀ-ਹੌਲੀ ਮਰ ਜਾਣ, ਖਤਮ ਹੋ ਜਾਣ। ਸੋ ਇਹ ਕਿਹੜੇ ਭਾਰਤ ਦੇ ਕਾਨੂੰਨ ਦੇ ਵਿੱਚ ਕਿ ਦੁਨੀਆ ਦੇ ਕਿਹੜੇ ਕਾਨੂੰਨ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਆਲਰੇਡੀ, ਜਿਹਦੇ ਤੇ ਕੇਸ ਚੱਲ ਰਹੇ ਨੇ, ਜਿਹੜਾ ਸਾਹਮਣਾ ਕਰ ਰਿਹਾ ਵਕੀਲਾਂ ਦੇ ਰਾਹੀਂ, ਸੋ ਉਹਨੂੰ ਏਡਸ ਦਾ ਜਿਹੜਾ ਟੀਕਾ ਲਾ ਦੇਣਾ ਚਾਹੀਦਾ। ਸੋ ਜੇ ਹੁਣ ਭਾਰਤ ਦੇ ਕਾਨੂੰਨ 'ਚ ਤਾਂ ਇਹ ਨਹੀਂ ਲਿਖਿਆ ਹੋਇਆ, ਫਿਰ ਮੇਜਰ ਗੌਰਵ ਜਿਹੜਾ ਆ ਰਿਹਾ ਉਹਨਾਂ ਦੇ ਧਰਮ ਦੇ ਵਿੱਚ ਜੇਕਰ ਇਹ ਲਿਖਿਆ ਹੈ ਤੇ ਸ਼ਾਇਦ ਉਹ ਭਲੀ ਭਾਂਤ ਜਾਣਦੇ ਹੋਣਗੇ ਕਿ ਉਹਨਾਂ ਦਾ ਇਹ ਧਰਮ ਕਹਿੰਦਾ। ਜੇ ਆਪਾਂ ਆਮ ਇਨਸਾਨੀਅਤ ਦੇ ਤੌਰ ਤੇ ਵੀ ਗੱਲ ਕਰੀਏ ਤਾਂ ਇਸ ਤਰ੍ਹਾਂ ਦਾ ਕਦੇ ਵੀ ਸੁਣਨ ਨੂੰ ਨਹੀਂ ਮਿਲਦਾ। ਜਿਹੜਾ ਬੰਦਾ ਆਲਰੇਡੀ ਜੇਲ੍ਹ ਦੇ ਵਿੱਚ ਹੈ ਤੇ ਤੁਸੀਂ ਉਹਨੂੰ ਏਡਸ ਦਾ ਟੀਕਾ ਲਾਓ ਜਾਂ ਫਿਰ ਹੋਰ ਕੁਝ ਕਰੋ। ਸੋ ਇਹਦੀਆਂ ਉਦਾਹਰਨਾਂ ਪਿਛਲੇ ਸਮੇਂ 'ਚ ਮਿਲਦੀਆਂ ਵੀ ਹੈ, ਕਿਉਂਕਿ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਅਚਨਚੇਤ ਹੋਏ ਮੌਤਾਂ ਜਿਹੜੀਆਂ ਨੇ, ਜਿਵੇਂ ਭਾਈ ਹਰਮਿੰਦਰ ਸਿੰਘ ਨਿਹੰਗ, ਉਹਨਾਂ ਦੀ ਮੌਤ ਜਿਹੜੀ ਅਚਨਚੇਤ ਹੋ ਜਾਂਦੀ ਹੈ, ਤੇ ਹੋਰ ਵੀ ਇਸ ਤਰ੍ਹਾਂ ਦੀਆਂ ਆਈਆਂ। ਸੋ ਕੀ ਪਤਾ ਹੁਣ ਮੇਜਰ ਗੌਰਵ ਆਰਿਆ ਦਾ ਉਹਦੇ ਵਿੱਚ ਕਿੰਨਾ ਕੁ ਹੱਥ ਹੈ, ਇਹ ਤਾਂ ਉਹ ਜਾਣਦੇ ਨੇ ਕਿਉਂਕਿ ਉਹ ਤਾਂ ਸਪਸ਼ਟ ਕਹਿ ਰਹੇ ਨੇ। ਉਸ ਤੋਂ ਬਾਅਦ ਗੱਲ ਫਿਰ ਮੈਂ ਲੈ ਕੇ ਆਵਾਂ ਜਿਹੜੇ 3 ਮੌਤਾਂ ਜਿਹੜੀਆਂ ਨੇ ਵਿਦੇਸ਼ਾਂ ਦੇ ਵਿੱਚ, ਭਾਰਤ ਤੋਂ ਬਾਹਰ ਹੋਈਆਂ ਸਿੱਖਾਂ ਦੀਆਂ। ਉਹਦੇ ਵਿੱਚ ਪਹਿਲਾ ਨੰਬਰ ਸੀ ਜੀ ਪਰਮਜੀਤ ਸਿੰਘ ਪੰਜਵੜ, ਜੋ ਕਿ ਖਾੜਕੂ ਸੀ। 84 ਤੋਂ ਬਾਅਦ ਜੋ ਪੰਜਾਬ ਦੇ ਵਿੱਚ ਚੱਲਿਆ, ਉਹਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਯੋਗਦਾਨ ਪਾਇਆ ਸੀ ਤੇ ਉਹ ਪਾਕਿਸਤਾਨ ਚਲੇ ਗਏ ਸੀ। ਉਸ ਵੇਲੇ ਤੋਂ ਲੈ ਕੇ ਉਹ ਪਾਕਿਸਤਾਨ ਦੇ ਵਿੱਚ ਰਹਿ ਰਹੇ ਸੀ ਤੇ ਉਹਨਾਂ ਦਾ ਅਚਾਨਕ ਕਤਲ ਹੋ ਜਾਂਦਾ, ਫਿਰ ਉਹ ਸੁਰਖੀਆਂ ਦੇ ਵਿੱਚ ਆ ਜਾਂਦੇ ਨੇ। ਦੂਸਰੀ ਜਿਹੜੀ ਮੌਤ ਹੋਈ ਹੈ ਜੋ ਵਿਵਾਦਾਂ ਦੇ ਵਿੱਚ ਹੈ, ਜਿਹਦੇ ਬਾਰੇ ਹਜੇ ਕੁਝ ਵੀ ਸਪਸ਼ਟ ਨਹੀਂ ਹੈ, ਪਰ ਅਵਤਾਰ ਸਿੰਘ ਖੰਡਾ ਜੋ ਕਿ ਉਹ ਵੀ ਸੁਰਖੀਆਂ ਦੇ ਵਿੱਚ ਸੀ। ਹੁਣ ਇੱਥੇ ਗੱਲ ਇਹ ਮੰਨਣ ਵਾਲੀ ਹੈ ਕਿ ਹਰਦੀਪ ਸਿੰਘ ਨਿੱਜਰ ਹੋਰੀ ਵੀ ਜਿਹੜੇ ਸੁਰਖੀਆਂ ਦੇ ਵਿੱਚ ਸੀ ਤੇ ਅਵਤਾਰ ਸਿੰਘ ਖੰਡਾ ਹੋਰੀ ਵੀ ਸੁਰਖੀਆਂ ਸੀ। ਸੋ ਉਹਨਾਂ ਦੀ ਮੌਤ ਹੁੰਦੀ ਹੈ। ਡਾਕਟਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਕੈਂਸਰ ਸੈੱਲ ਜਿਹੜੇ ਨੇ ਵੱਧ ਗਏ ਨੇ। ਸੋ ਇਹ ਗੱਲ ਹਜੇ ਜਾਂਚ ਦੇ ਅਧੀਨ ਹੈ, ਸ਼ਾਇਦ ਜਾਂਚ ਚੱਲ ਵੀ ਰਹੀ ਹੈ ਇੰਗਲੈਂਡ ਦੇ ਵਿੱਚ। ਜਿਹੜੇ ਲੋਕ ਇਹ ਕਰ ਰਹੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਆਖਰ ਕੀ ਹੋ ਰਿਹਾ। ਸੋ 2-3 ਦਿਨ ਦੇ ਵਕਫੇ ਦੇ ਵਿੱਚ ਹੀ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਕਤਲ ਹੋ ਜਾਂਦਾ ਤੇ ਇਸ ਤੋਂ ਬਾਅਦ ਬਹੁਤ ਸਾਰੇ ਲੋਕ ਨੇ ਉਹ ਸਪਸ਼ਟਤਾ ਦੇ ਨਾਲ ਇਹ ਗੱਲਾਂ ਕਹਿ ਰਹੇ ਕਿ ਭਾਈ ਹੋ ਸਕਦਾ ਹੈ ਕਿ ਲੜੀਵਾਰ ਕਤਲ ਹੋਣ, ਤੇ ਕਤਲ ਕੌਣ ਕਰ ਰਿਹਾ ਇਹਦੇ ਬਾਰੇ ਵੀ ਜਿਹੜੀਆਂ ਨੇ ਵੱਖ-ਵੱਖ ਜਿਹੜੀਆਂ ਆਪਣੀਆਂ ਧਾਰਨਾਵਾਂ ਨੇ ਲੋਕਾਂ ਦੀਆਂ, ਪਰ ਇਨਡਾਇਰੈਕਟਲੀ ਜ਼ਿੰਮੇਵਾਰੀ ਜਿਹੜੀ ਹੈ ਟੀਵੀ ਚੈਨਲਾਂ ਦੇ ਉੱਤੇ ਬੈਠ ਕੇ ਮੀਡੀਆ ਵਾਲੇ ਜਿਹੜੇ ਨੇ ਉਹ ਲੈ ਰਹੇ ਨੇ ਕਿ ਇਹ ਕੰਮ ਜਿਹੜਾ ਹੈ ਰੌ ਦਾ, ਭਾਰਤੀ ਖੁਫੀਆ ਏਜੰਸੀ ਰੌ ਦਾ ਕੰਮ ਹੈ, ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ। ਤੇ ਟਵੀਟ ਕਰਕੇ ਬਹੁਤ ਸਾਰੇ ਟਵਿੱਟਰ ਅਕਾਊਂਟ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਇਹ ਦੇਖਣ ਨੂੰ ਮਿਲਿਆ ਕਿ ਲਿਖਿਆ ਹੋਇਆ
ਦੇਖਿਆ ਜਾ ਰਿਹਾ ਕਿ ਇਹ ਕਤਲ ਜਿਹੜੇ ਨੇ ਰॉ ਨੇ ਕੀਤੇ ਨੇ। ਕੰਗ੍ਰੈਚੁਲੇਸ਼ਨਸ, ਮੁਬਾਰਕਬਾਦ ਦਿੱਤੀ ਜਾ ਰਹੀ ਹੈ ਭਾਰਤ ਨੂੰ, ਭਾਰਤੀ ਖੁਫੀਆ ਏਜੰਸੀਆਂ ਨੂੰ। ਇਹ ਉਹ ਕਹਿੰਦੇ ਨੇ ਸਾਨੂੰ ਕੁਝ ਨਹੀਂ ਪਤਾ, ਆਪਾਂ ਤੇ ਜੋ ਹੈ ਉਹ ਤੁਹਾਨੂੰ ਦੱਸ ਰਹੇ ਹਾਂ ਕਿ ਜੋ ਆ ਰਿਹਾ ਸਾਹਮਣੇ। ਸੋ ਉਹਨਾਂ ਵੱਲੋਂ ਇਨਡਾਇਰੈਕਟਲੀ ਇਸ ਗੱਲ ਨੂੰ ਐਕਸੈਪਟ ਕੀਤਾ ਜਾ ਰਿਹਾ ਕਿ ਸਾਡੇ ਵੱਲੋਂ ਹੀ ਕੀਤੇ ਗਏ ਨੇ, ਸਾਡੇ ਬੰਦਿਆਂ ਵੱਲੋਂ ਕੀਤੇ ਗਏ ਆ। ਪਰ ਹੁਣ ਜਾਂਚ ਦਾ ਵਿਸ਼ਾ ਹੈ, ਕਿਉਂਕਿ ਕੈਨੇਡਾ ਇਹੋ ਜਿਹਾ ਮੁਲਕ ਹੈ ਜਿੱਥੇ ਨਿਤ ਦਿਨ ਕਤਲ ਹੁੰਦੇ ਨੇ। ਪਹਾੜੇ ਦੇ ਟੱਟੂ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਲਏ ਜਾਂਦੇ ਨੇ। ਸੋ ਕੋਈ ਵੀ ਮਤਲਬ ਕਿ ਇਦਾਂ ਕੋਈ ਵੱਡਾ ਬੰਦਾ ਜਾਂ ਹੈ ਕੋਈ ਤਗੜਾ ਬੰਦਾ, ਉਹ ਇਦਾਂ ਦੇ ਕੰਮ ਕਰ ਸਕਦਾ ਹੈ। ਗੈਂਗਸ ਨੇ ਉੱਥੇ, ਗੈਂਗਸ ਚੱਲਦੀਆਂ ਨੇ, ਬਹੁਤ ਸਾਰੇ ਗੈਂਗਸਟਰ ਜਿਹੜੇ ਨੇ ਉਹ ਮਰਦੇ ਰਹਿੰਦੇ ਨੇ, ਬਹੁਤ ਸਾਰੇ ਨਾਰਮਲ ਆਮ ਲੋਕ ਮਰਦੇ ਰਹਿੰਦੇ ਆ। ਰਿਪੂ ਦਮਨ ਸਿੰਘ ਮਲਿਕ ਹੋਰਾਂ ਦਾ ਕਤਲ ਹੋਇਆ ਨੂੰ ਸਾਲ ਤੋਂ ਉੱਤੇ ਹੋ ਗਿਆ, ਸੋ ਕੋਈ ਸੁਰਾਖ ਨਹੀਂ। ਜਿਹੜੇ 2 ਬੰਦੇ ਫੜੇ ਗਏ ਸੀ ਉਹ ਚੀਨੀ ਮੂਲ ਦੇ ਸੀ, ਸ਼ਾਇਦ ਇੱਕ ਨਾਈਜੀਰੀਆ ਦਾ ਸੀਗਾ, ਤੇ ਉਹਨਾਂ ਦੇ ਕੋਲੋਂ ਕਿਸੇ ਤਰ੍ਹਾਂ ਦੀ ਵੀ ਕੋਈ ਸੂਹ ਜਿਹੜੀ ਹੈ ਨਿਕਲ ਕੇ ਬਾਹਰ ਨਹੀਂ ਆਈ, ਜਦ ਕਿ ਉਹ ਜੇਲ੍ਹ ਦੇ ਵਿੱਚ ਨੇ। ਸੋ ਇਹ ਕਤਲ ਬਾਰੇ ਕਿੰਨੀ ਕੁ ਗੱਲਬਾਤ ਜਿਹੜੀ ਹੈ ਉਹ ਬਾਹਰ ਨਿਕਲ ਕੇ ਆਉਂਦੀ ਹੈ, ਕੈਨੇਡਾ ਦੀਆਂ ਖੁਫੀਆ ਏਜੰਸੀਆਂ ਵਾਕਈ ਕੰਮ ਕਰਦੀਆਂ ਨੇ ਜਾਂ ਨਹੀਂ ਕਰਦੀਆਂ, ਜਾਂ ਫਿਰ ਕੁਝ ਹੋਰ ਇਹਦੇ ਪਿੱਛੇ ਹੈਗਾ। ਸੋ ਆਉਣ ਵਾਲਾ ਸਮਾਂ ਇਹ ਦੱਸੇਗਾ। ਪਰ ਫਿਲਹਾਲ ਦੀ ਘੜੀ ਤਿੰਨੇ ਜਿਹੜੇ ਮੌਤਾਂ ਨੇ, ਇੱਕ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਮੌਤ ਜਿਹੜੀ ਹੋਈ ਹੈ, ਪਰ ਉਹ ਵੀ ਵਿਵਾਦਾਂ ਦੇ ਵਿੱਚ ਹੈ। 2 ਤਾਂ ਸ਼ਰੇਆਮ ਜਿਹੜੇ ਕਤਲ ਨੇ ਪਾਕਿਸਤਾਨ ਦੇ ਵਿੱਚ, ਤਾਂ ਇਹ ਕੈਨੇਡਾ ਦੇ ਵਿੱਚ ਜਿਹੜਾ ਦੂਸਰਾ ਹੁੰਦਾ ਹੈ। ਸੋ ਇਹਦੇ ਬਾਰੇ ਹਜੇ ਸਾਰੀ ਗੱਲਬਾਤ ਰਿਪੋਰਟ ਬਾਹਰ ਆਉਂਦੀ ਹੈ, ਜਾਂ ਫਿਰ ਇਸੇ ਤਰੀਕੇ ਨਾਲ ਹੌਲੀ-ਹੌਲੀ ਠੰਡੇ ਬਸਤੇ ਦੇ ਵਿੱਚ ਪਾ ਕੇ ਇਹਨੂੰ ਰੋੜ ਦਿੱਤਾ ਜਾਂਦਾ ਹੈ। ਸੋ ਇਹ ਵੀ ਵੇਖਣਾ ਹੋਏਗਾ। ਸੋ ਇੰਨੀ ਕੁ ਜਾਣਕਾਰੀ ਜਿਹੜੀ ਹੈ ਸਾਨੂੰ ਮਿਲੀ ਹੈ ਤੇ ਤੁਹਾਡੇ ਨਾਲ ਸਾਂਝੀ ਕੀਤੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕੋਈ ਅਪਡੇਟ ਹੁੰਦੀ ਹੈ ਇਸ ਦੇ ਉੱਤੇ ਤਾਂ ਤੁਹਾਨੂੰ ਉਹ ਵੀ ਦੱਸਾਂਗੇ। ਬਹੁਤ ਧੰਨਵਾਦ, ਚੜ੍ਹਦੀ ਕਲਾ ਚ ਰਹੋ।